हाय एवरीवन वेलकम बैक टू माय यूट्यूब चैनल। ਅੱਜ ਅਸੀਂ ਕਰਨ ਵਾਲੇ ਹਾਂ ਈਮੇਲਸ ਯਾਨੀ ਕਿ ਜਿਹੜੀਆਂ ਮੋਸਟ ਐਕਸਪੈਕਟਡ ਈਮੇਲਸ ਨੇ ਉਹ। ਸੋ ਫਾਈਨਲੀ ਤੁਹਾਡਾ ਵੇਟ ਜਿਹੜਾ ਉਹ ਖਤਮ ਹੋ ਗਿਆ। ਥੈਂਕ ਯੂ ਤੁਸੀਂ ਇੰਨਾ ਟਾਈਮ ਵੇਟ ਕੀਤਾ ਔਰ ਵੀਡੀਓ ਨੂੰ ਸਪੋਰਟ ਕਰਿਓ। ਸਾਰੀ ਵੀਡੀਓ ਨੂੰ ਐਂਡ ਤੱਕ ਦੇਖ ਕੇ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਐਂਡ ਸਬਸਕ੍ਰਾਈਬ ਕਰ ਦਿਓ ਜੇ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ। ਐਂਡ ਬੈਲ ਆਈਕਨ ਤੁਹਾਨੂੰ ਪਤਾ ਹੀ ਹੈ, ਤੁਹਾਨੂੰ ਪ੍ਰੈਸ ਕਰਨਾ ਤੁਹਾਡੇ ਲਈ ਬੈਨੀਫਿਟ ਹੈ ਕਿਉਂਕਿ ਵੀਡੀਓ ਜਦੋਂ ਕੋਈ ਆ ਜਾਂਦੀ ਹੈ ਫਿਰ ਤੁਹਾਨੂੰ ਜਲਦੀ ਨੋਟੀਫਿਕੇਸ਼ਨ ਮਿਲ ਜਾਂਦੀ ਆ। ਸੋ ਆਪਾਂ ਕਰਦੇ ਹਾਂ ਫਰਸਟ ਈਮੇਲ ਤੋਂ। First email is write an email to your friend expressing your condolence on his father's death। ਕਿ ਤੁਸੀਂ ਆਪਣੇ ਦੋਸਤ ਦੇ ਫਾਦਰ ਐਕਸਪਾਇਰ ਹੋ ਚੁੱਕੇ ਆ ਤਾਂ ਤੁਸੀਂ ਆਪਣੇ ਦੋਸਤ ਨੂੰ ਇੱਕ ਈਮੇਲ ਲਿਖਣੀ ਆ ਜਿਹਦੇ ਵਿੱਚ ਉਹਨੂੰ ਹੌਸਲਾ ਦੇਣਾ ਤੇ ਉਹਨੂੰ ਲਾਈਫ 'ਚ ਅੱਗੇ ਵਧਣ ਲਈ ਕਹਿਣਾ ਆ ਔਰ ਉਹਨੂੰ ਸੰਘਰਸ਼ ਭਰੀ ਜ਼ਿੰਦਗੀ ਦੇ ਵਿੱਚ ਸਮਝਾਉਣਾ ਹੈ ਕਿ ਮਤਲਬ ਲਾਈਫ ਜਿਹੜੀ ਆ ਉਹ ਇੱਦਾਂ ਚੱਲਦੀ ਹੀ ਰਹਿੰਦੀ ਆ। ਮੀਨਸ ਕਿ ਉਹਦੇ ਤੋਂ ਅਫਸੋਸ ਵੀ ਕਰਨਾ ਤੇ ਉਹਨੂੰ ਅੱਗੇ ਵਧਣ ਦਾ ਹੌਸਲਾ ਵੀ ਦੇਣਾ। Next, write an email to your friend inviting him to attend your parents' marriage anniversary। अपने दोस्त ਨੂੰ invite करना for what? For the party of your parents' marriage anniversary। ਇਹਦੇ ਵਿੱਚ ਉਹ ਇੱਦਾਂ ਵੀ ਪਾ ਸਕਦੇ ਆ ਕਿ ਕੋਈ ਬਰਥਡੇ ਪਾਰਟੀ ਹੋ ਗਈ ਜਾਂ ਫਿਰ ਇਨੋਗ੍ਰੇਸ਼ਨ 'ਤੇ ਤੁਸੀਂ ਕਿਸੇ ਨੂੰ ਆਪਣੇ ਫਰੈਂਡ ਨੂੰ ਬੁਲਾ ਸਕਦੇ ਆ। ਮਤਲਬ ਇਹੋ ਜਿਹੀਆਂ ਵੀ ਪਾ ਸਕਦੇ, ਜ਼ਰੂਰੀ ਨਹੀਂ ਕਿ ਪੇਰੈਂਟਸ ਦੀ ਮੈਰਿਜ 'ਤੇ ਹੀ ਬੁਲਾਉਣਾ, ਮੈਰਿਜ ਐਨੀਵਰਸਰੀ 'ਤੇ। ਉਹ ਕਿਸੇ ਫਰੈਂਡ ਕਿਸੇ ਕਜ਼ਨ ਦੇ ਜਾਂ ਤੁਹਾਡੇ ਆਪ ਦੇ ਬ੍ਰਦਰ 'ਤੇ ਜਾਂ ਤੁਹਾਡੇ ਬਰਥਡੇ 'ਤੇ ਸੈਲੀਬ੍ਰੇਟ ਕਰਨ ਲਈ ਤੁਸੀਂ ਉਹਨੂੰ ਬੁਲਾ ਸਕਦੇ ਆ। ਥਰਡ ਇਜ਼ ਰਾਈਟ ਐਨ ਈਮੇਲ ਟੂ ਯੋਰ ਸਕੂਲ ਪ੍ਰਿੰਸੀਪਲ ਫॉर ਇਸ਼ੂਇੰਗ ਆ ਸਕੂਲ ਸਰਟੀਫਿਕੇਟ, ਸਕੂਲ ਲੀਵਿੰਗ ਸਰਟੀਫਿਕੇਟ। ਕਿ ਤੁਸੀਂ ਸਕੂਲ ਛੱਡ ਚੁੱਕੇ ਹੋ ਅਤੇ ਤੁਹਾਨੂੰ ਇੱਕ ਸਰਟੀਫਿਕੇਟ ਚਾਹੀਦਾ ਤੁਹਾਡੇ ਪ੍ਰਿੰਸੀਪਲ ਤੋਂ। ਉਹਨਾਂ ਨੂੰ ਤੁਸੀਂ ਈਮੇਲ ਲਿਖਣੀ ਆ ਕਿ ਕਿਰਪਾ ਕਰਕੇ ਮੇਰਾ ਜਿਹੜਾ ਸਕੂਲ ਛੱਡਣ ਦਾ ਸਰਟੀਫਿਕੇਟ ਮੈਨੂੰ ਦਿੱਤਾ ਜਾਵੇ। ਫੋਰਥ ਇਜ਼ ਰਾਈਟ ਐਨ ਈਮੇਲ ਟੂ ਯੋਰ ਕਲੀਗ। ਕਲੀਗ ਕੀ ਹੁੰਦਾ? ਜਿਹੜਾ ਆਪਣਾ ਸਾਥੀ ਹੋਵੇ, ਠੀਕ ਹੈ। ਦੋਸਤ ਇੱਕ ਹੁੰਦਾ ਫਰੈਂਡ, ਇਹ ਹੁੰਦਾ ਕਲੀਗ ਜਿਹਦੇ ਨਾਲ ਆਪਾਂ ਅਕੰਪਨੀ ਕਰਦੇ ਹਾਂ, ਜਿਹਦੇ ਨਾਲ ਆਪਾਂ ਰਹਿੰਦੇ ਹਾਂ ਜਾਂ ਜੋਬ ਕਰਦੇ ਹਾਂ ਜਾਂ ਆਪਣੇ ਕਿਸੇ ਗਰੁੱਪ ਦੇ ਵਿੱਚੋਂ ਸਾਡੀ ਹੈਲਪ ਕਰਦਾ। ਸੋ ਉਹ ਕਲੀਗ ਹੁੰਦਾ। ਕਲੀਗ ਨੂੰ ਕੀ ਲਿਖਣੀ ਹੈ? ਈਮੇਲ ਇਨਫੋਰਮਿੰਗ ਅਬਾਊਟ ਦ ਚੇਂਜ ਇਨ ਸਕੈਜੂਲ ਆਫ ਮੀਟਿੰਗ ਵਿਦ ਕਲਾਇੰਟਸ। ਕਿ ਕਲਾਇੰਟਸ ਦੇ ਨਾਲ ਜਿਹੜੀ ਮੀਟਿੰਗ ਹੋਣ ਵਾਲੀ ਆ ਉਹਦਾ ਟਾਈਮ ਜਿਹੜਾ ਉਹ ਚੇਂਜ ਹੋ ਗਿਆ, ਸਕੈਜੂਅਲ ਚੇਂਜ ਹੋ ਗਿਆ। Fifth is write an email to the principal of your school requesting her to procure some books for the school library। What is the meaning of procure? Procure ਦਾ ਮਤਲਬ ਇਹ ਹੁੰਦਾ ਆ ਜਿੱਦਾਂ ਕਿ ਪ੍ਰਾਪਤੀ ਕਹਿ ਲਓ, ਪੂਰਤੀ ਜਾਂ ਰਖਵਾਓ, ਹੈ ਨਾ। ਇੱਥੇ ਕਹਿਣ ਦਾ ਮਤਲਬ ਇਹ ਆ ਕਿ ਪੂਰਤੀ ਕਰ ਦਿਓ ਕਾਹਦੀ? ਕਿਤਾਬਾਂ ਦੀ ਸਕੂਲ ਲਾਇਬ੍ਰੇਰੀ ਦੇ ਵਿੱਚ। ਕਿ ਲਾਇਬ੍ਰੇਰੀ 'ਚ ਕੁਝ ਕਿਤਾਬਾਂ ਜਿਹੜੀਆਂ ਉਹ ਘੱਟ ਆ, ਤੁਸੀਂ ਉੱਥੇ ਵਿੱਚ ਦੱਸ ਵੀ ਸਕਦੇ ਆ ਕਿ ਆਹ ਨੰਬਰ ਦੀ ਬੁੱਕ ਜਿਹੜੀ ਆ ਇਹਦਾ ਨੇਮ ਇਹ ਆ, ਇਹ ਬੁੱਕ ਜਿਹੜੀ ਆ ਇਹ ਸਿਰਫ ਇੰਨੀਆਂ ਕੀ ਆ, 5 7 10 ਹੀ ਆ, ਬਟ ਸਟੂਡੈਂਟਸ ਜ਼ਿਆਦਾ ਹੁੰਦੇ ਆ ਅਤੇ ਸਭ ਨੂੰ ਪੜ੍ਹਨ ਦੇ ਲਈ ਜ਼ਰੂਰਤ ਹੁੰਦੀ ਆ। ਇਸ ਲਈ ਸਾਨੂੰ ਕਾਫੀ ਸੰਘਰਸ਼ ਕਰਨਾ ਪੈਂਦਾ ਆ ਇਸ ਚੀਜ਼ ਨੂੰ ਪ੍ਰਾਪਤ ਕਰਨ ਲਈ, ਆਈ ਮੀਨ ਬੁੱਕ ਲੈਣ ਲਈ। ਕਿਰਪਾ ਕਰਕੇ ਤੁਸੀਂ ਹੋਰ ਬੁੱਕਸ ਜਿਹੜੀਆਂ ਉੱਥੇ ਅਵੇਲੇਬਲ ਕਰਾਓ, ਠੀਕ ਹੈ। ਸਿਕਸਥ ਈਮੇਲ ਇਜ਼ ਰਾਈਟ ਐਨ ਈਮੇਲ ਟੂ ਯਰ ਯੰਗਰ ਸਿਸਟਰ asking her to come home from hostel on the weekend। ਕਿ ਵੀਕਐਂਡ 'ਤੇ ਤੁਹਾਡੀ ਜਿਹੜੀ ਯੰਗਰ ਸਿਸਟਰ ਆ ਉਹ ਘਰ ਆ ਜਾਵੇ, ਇਸ ਲਈ ਆਪਾਂ ਉਹਨੂੰ ਇਹ ਈਮੇਲ ਲਿਖਣੀ ਆ, ਠੀਕ। ਇਹਦੇ ਵਿੱਚ ਤੁਸੀਂ ਕੁਛ ਵੀ ਦੱਸ ਸਕਦੇ ਆ ਕਿ ਮੇਰੀ ਅੱਛੇ ਤਰੀਕੇ ਨਾਲ ਜੋਬ ਲੱਗ ਗਈ ਅਤੇ ਮੈਂ ਮੀਨਸ ਕਿ ਆਪਾਂ ਇੱਕ ਛੋਟੀ ਜਿਹੀ ਗੈਟ ਟੂਗੈਦਰ ਕਰਨਾ ਚਾਹੁੰਦਾ ਆ, ਫਿਰ ਮੈਂ ਆਊਟ ਆਫ ਸਟੇਟ ਜਾਣਾ ਇਸ ਲਈ ਮੈਂ ਚਾਹੁੰਦਾ ਤੈਨੂੰ ਮਿਲ ਲਵਾਂ, ਪਲੀਜ਼ ਘਰ ਆ ਜੀ। ਕੁਛ ਇੱਦਾਂ ਦੇ ਰੀਜ਼ਨ ਦੇ ਸਕਦੇ ਜਾਂ ਸਿੰਪਲੀ ਕਹਿ ਸਕਦੇ ਹਾਂ ਕਿ ਕਾਫੀ ਟਾਈਮ ਹੋ ਗਿਆ ਤੈਨੂੰ ਮਿਲਿਆ ਨੂੰ, ਮੈਂ ਵਿੱਚ ਸਿੱਕ ਵੀ ਹੋ ਗਿਆ ਸੀ, ਮੇਰਾ ਉਦੋਂ ਵੀ ਦਿਲ ਕਰਦਾ ਸੀ ਤੈਨੂੰ ਮਿਲਣ ਨੂੰ, ਇਸ ਕਰਕੇ ਤੂੰ ਹੁਣ ਆ ਕੇ ਮਿਲ ਜਾ ਮੈਨੂੰ। ਕੁਛ ਵੀ ਮੀਨਸ ਕਿ ਤੁਸੀਂ ਆਪਣਾ ਰੀਜ਼ਨ ਦੇ ਸਕਦੇ ਆ ਇਹਦੇ ਵਿੱਚ ਅਤੇ ਆਪਣੀ ਸਿਸਟਰ ਨੂੰ ਇਨਵਾਈਟ ਕਰਨਾ ਹੈ ਕਿ ਉਹ ਆ ਕੇ ਤੁਹਾਡੇ ਨਾਲ ਵੀਕਐਂਡ 'ਤੇ ਰਵੇ, ਠੀਕ। ਨੈਕਸਟ ਹੈ 7th, write an email to your father requesting him to transfer some money to your account so that you can clear the dues before final exams। ਕਿ ਤੁਹਾਡੇ ਫਾਈਨਲ ਐਗਜ਼ਾਮਸ ਖਤਮ ਹੋਣ ਵਾਲੇ ਆ, ਠੀਕ, ਅਤੇ ਤੁਸੀਂ ਉਹਦੇ ਤੋਂ ਪਹਿਲਾਂ ਆਪਣੀ ਫੀਸ ਜਿਹੜੀ ਆ, ਤੁਹਾਡੇ ਡਿਊਜ਼ ਬੈਲੈਂਸ ਜਿਹੜੇ ਆ
ਉਹ ਤੁਸੀਂ ਕਲੀਅਰ ਕਰਵਾਉਣਾ ਚਾਹੁੰਦੇ ਹੋ। ਇਸ ਲਈ ਤੁਸੀਂ ਆਪਣੇ ਫਾਦਰ ਨੂੰ ਇੱਕ ਈਮੇਲ ਕਰਨੀ ਆ, ਰਿਕੁਐਸਟ ਕਰਨੀ ਉਹਦੇ ਵਿੱਚ ਕਿ ਪਿਤਾ ਜੀ ਮੈਨੂੰ ਇੰਨੇ ਪੈਸੇ ਭੇਜ ਦਿਓ, ਤਾਂ ਜੋ ਕਿ ਮੈਂ ਆਪਣੇ ਪੈਸੇ ਜਿਹੜੇ ਆ ਉਹ ਇੱਥੇ ਕਲੀਅਰ ਕਰ ਸਕਾਂ। ਠੀਕ ਹੈ, ਤੁਸੀਂ ਫਿਰ ਇਹ ਵੀ ਦੱਸ ਸਕਦੇ ਆ ਵੀ ਜੇ ਮੈਂ ਇੱਦਾਂ ਨਾ ਕੀਤਾ ਤਾਂ ਮੇਰਾ ਰਿਜ਼ਲਟ ਨਹੀਂ ਇਹਨਾਂ ਨੇ ਇਸ਼ੂ ਕਰਨਾ, ਜਾਂ ਮੇਰਾ ਸਰਟੀਫਿਕੇਟ ਨਹੀਂ ਇਸ਼ੂ ਕਰਨਗੇ। ਠੀਕ ਹੈ, ਰਿਜ਼ਲਟ ਦੀ ਡਿਕਲੇਅਰ ਲੇਟ ਕਰਨਗੇ, ਜਾਂ ਮੇ ਬੀ ਉਹ ਦੱਸਣ ਹੀ ਨਾ, ਕੁਛ ਇੱਦਾਂ ਦਾ ਆਪਾਂ ਦੱਸ ਸਕਦੇ ਸਟੋਰੀ ਦੇ ਵਿੱਚ। ਈਮੇਲਸ ਇੰਨੀਆਂ ਡਿਫੀਕਲਟ ਨਹੀਂ ਆ ਬੱਚੋ ਜਿੰਨਾ ਤੁਸੀਂ ਸਾਰੇ ਜਾਣੇ ਸੋਚਦੇ। ਮੇਰੇ ਅਕੋਰਡਿੰਗ ਤਾਂ ਇਹ ਨੋਰਮਲ ਜਿਹੀਆਂ ਗੱਲਾਂ, ਕਹਾਣੀ ਜੀ ਬਣਾ ਕੇ ਬਸ ਇੱਕ ਲਿਖਣੀ ਹੁੰਦੀ ਆ। ਤੁਹਾਡੀ ਲਾਈਨ ਸਹੀ ਹੋਵੇ, ਤੁਹਾਨੂੰ ਲਿਖਣ ਦਾ ਵੇ ਪਤਾ ਹੋਵੇ, ਹੈ ਨਾ, ਇਹ ਚੀਜ਼ਾਂ ਹੀ ਆ ਜਸਟ ਈਮੇਲ ਦੇ ਵਿੱਚ। ਤੁਸੀਂ ਇੰਨਾ ਜ਼ਿਆਦਾ ਇਹਨੂੰ ਪਤਾ ਨਹੀਂ ਕਿਉਂ ਹਾਈਪਰ ਜਿਹਾ ਕਰੀ ਜਾਂਦੇ ਹੋ ਕਿ ਇਹਦੇ ਵਿੱਚ ਪਤਾ ਨਹੀਂ ਕੀ ਆ। ਇੱਦਾਂ ਨਹੀਂ ਹੁੰਦਾ। ਤੁਸੀਂ ਅੱਛੇ ਤਰੀਕੇ ਨਾਲ ਰੀਡ ਕਰਨ ਦਾ, ਪੜ੍ਹਨ ਦਾ ਸਹੀ ਵੇ ਆ। ਤੁਸੀਂ ਇੱਕ ਵਾਰੀ ਜਦੋਂ ਪੜ੍ਹੋ ਉਹ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਬੈਠ ਜਾਵੇ, ਤੁਹਾਨੂੰ ਸਮਝ ਆਉਣੀ ਚਾਹੀਦੀ ਆ। ਠੀਕ ਹੈ, ਔਰ ਇਹਦੇ ਲਈ ਕੋਈ ਇੱਦਾਂ ਤਾਂ ਹੈ ਨਹੀਂ ਕਿ ਹੁਣ ਤੁਸੀਂ ਔਨ ਦਾ ਸਪੋਟ ਸੇਮ ਉਹੀ ਲਾਈਨ ਤੁਹਾਡੇ ਬ੍ਰੇਨ ਦੇ ਵਿੱਚ ਆਊਗੀ ਕਿ ਜੇ ਇਜ਼ ਲਿਖਿਆ ਸੀ ਉਹਦੇ ਬਾਅਦ ਮੈਂ ਆਹੀ ਵਰਡ ਲਿਖਣਾ, ਉਹਦੇ ਬਾਅਦ ਮੈਂ ਆਹੀ ਵਰਡ ਲਿਖਣਾ। ਇੱਦਾਂ ਦਾ ਕੁਛ ਵੀ ਨਹੀਂ ਹੁੰਦਾ। ਇੰਗਲਿਸ਼ ਇਜ਼ ਆਲਸੋ ਆ ਲੈਂਗੁਏਜ। ਪਤਾ ਹੀ ਆ ਨਾ ਤੁਹਾਨੂੰ ਸਾਰਿਆਂ ਨੂੰ। ਇਸ ਲੈਂਗੁਏਜ ਨੂੰ ਲੈਂਗੁਏਜ ਦੀ ਤਰ੍ਹਾਂ ਹੀ ਰੱਖਿਆ ਕਰੋ। ਇੱਕ ਅਜੀਬ ਜਿਹਾ ਤੁਸੀਂ ਸਬਜੈਕਟ ਬਣਾ ਦਿੰਦੇ ਆ ਇਹਨੂੰ, ਇਹਦੇ ਬਾਰੇ ਇੰਨੀ ਟੈਨਸ਼ਨ ਲੈ ਕੇ। ਜਿੱਦਾਂ ਆਮ ਪੰਜਾਬੀ ਬੋਲਦੇ ਆ, ਆਮ ਹਿੰਦੀ ਬੋਲਦੇ ਆ, ਉੱਦਾਂ ਹੀ ਆਮ ਇੰਗਲਿਸ਼ ਬੋਲ ਸਕਦੇ ਆ, ਆਮ ਤਰੀਕੇ ਨਾਲ ਲਿਖ ਸਕਦੇ ਆ। ਠੀਕ ਹੈ, ਕੁਛ ਐਰਰਸ ਹੁੰਦੇ ਆ, ਉਹ ਗ੍ਰਾਮੈਟੀਕਲ ਐਰਰਸ ਹੁੰਦੇ ਆ, ਸਪੈਲ ਐਰਰਸ ਹੁੰਦੇ ਆ, ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ। ਇਹ ਚੀਜ਼ਾਂ ਜਦੋਂ ਤੁਸੀਂ ਮੇਨਟੇਨ ਕਰਨੀਆਂ ਸਿੱਖ ਲਈਆਂ, ਜਾਂ ਕੁਛ ਚੀਜ਼ਾਂ 'ਚ ਕਲੈਰਿਟੀ ਲਿਆਉਣੀ ਸ਼ੁਰੂ ਕਰ ਦਿੱਤੀ, ਤੁਹਾਨੂੰ ਇੰਗਲਿਸ਼ ਤਾਂ ਆਪਣੇ ਆਪ ਆ ਜਾਣੀ। ਸੋ ਇੰਨਾ ਜ਼ਿਆਦਾ ਉਹ ਨਾ ਫੀਲ ਕਰੋ, ਆਰਾਮ ਨਾਲ ਪੇਪਰ ਕਰਕੇ ਆਉਣਾ। ਠੀਕ, ਨੈਕਸਟ ਕਿਹੜੀ ਸੀ? 8th ਨੰਬਰ ਵਾਲੀ। ਰਾਈਟ ਐਨ ਈਮੇਲ ਟੂ ਦਾ ਕਸਟਮਰ ਸਰਵਿਸ ਸੈਂਟਰ of an e-commerce company asking for replacement of a faulty headphone set delivered to you। ਕਿ ਤੁਹਾਡੇ ਕੋਲ ਇੱਕ ਫਾਲਟੀ ਮਤਲਬ ਕਿ ਕੋਈ ਖ਼ਰਾਬ ਹੈਡਫੋਨ ਆ ਜਾਂਦੇ ਆ, ਉਹਨਾਂ ਦੀ ਗਲਤ ਡਿਲੀਵਰੀ, ਆਈ ਮੀਨ ਟੂ ਸੇ ਖ਼ਰਾਬ ਹੈਡਫੋਨਸ ਦੀ ਡਿਲੀਵਰੀ ਹੋ ਜਾਂਦੀ ਤੁਹਾਡੇ ਕੋਲ, ਅਤੇ ਤੁਸੀਂ ਉਹਨਾਂ ਨੂੰ ਈਮੇਲ ਕਰਨੀ ਹੈ ਕਿ ਇਹ ਰੀਪਲੇਸ ਕਰ ਦਿੱਤੇ ਜਾਣ, ਵੀ ਮੈਨੂੰ ਇਹ ਨਹੀਂ ਚਾਹੀਦੇ, ਇਹਦੀ ਥਾਂ 'ਤੇ ਮੈਨੂੰ ਸਹੀ ਹੀ ਚਾਹੀਦੇ ਆ। ਠੀਕ, 9th ਇਜ਼ ਟੂ ਯਰ ਫਰੈਂਡ ਗੁਰਬੀਰ। ਇੱਥੇ ਨਾਮ ਵੀ ਦਿੱਤਾ, ਸੋ ਸਾਨੂੰ ਨਾਮ ਉੱਥੇ ਇਹੀ ਵਾਲਾ ਮੈਂਸ਼ਨ ਕਰਨਾ ਪੈਣਾ। ਬਾਕੀਆਂ ਦੇ ਵਿੱਚ ਤਾਂ ਕੋਈ ਐਜ਼ ਸੱਚ ਇੱਦਾਂ ਰੂਲ ਨਹੀਂ ਹੈ ਨਾ ਕਿ ਆਹ ਨਾਮ ਫਿਲ ਕਰੋ, ਆਹ ਐਡਰੈਸ ਜਾਂ ਇਹ ਚੀਜ਼ਾਂ, ਬਟ ਇਹਦੇ ਵਿੱਚ ਸਾਨੂੰ ਗੁਰਬੀਰ ਦਿੱਤਾ, ਸੋ ਸਾਨੂੰ ਗੁਰਬੀਰ ਲਿਖਣਾ ਹੀ ਪੈਣਾ। ਗੁਰਬੀਰ asking him to join you for dinner at your home on the weekend। ਕਿ ਵੀਕਐਂਡ 'ਤੇ ਉਹ ਤੁਹਾਡੇ ਘਰ ਆਵੇ ਅਤੇ ਆਈ ਮੀਨ ਡਿਨਰ ਜਿਹੜਾ ਜੁਆਇਨ ਕਰੇ। ਇਹ ਵਾਲੀ ਲੈਟਰ ਵੀ ਕਿਹਦੇ ਵਾਲੀ ਲੈਟਰ ਵਰਗੀ ਆ? ਲਾਈਕ ਆਪਾਂ ਇਨਵਾਈਟ ਕਰ ਰਹੇ ਹਾਂ, ਜਿੱਦਾਂ ਬਰਥਡੇ ਪਾਰਟੀ ਐਂਡ ਉਹ ਸੀਗਾ ਮੈਰਿਜ ਐਨੀਵਰਸਰੀ ਵਾਲਾ ਸੀ, ਹੈ ਨਾ। ਜਾਂ ਫਿਰ ਇੱਕ ਉਹ ਸੀਗੀ ਕਿ ਆਪਣੀ ਕਜ਼ਨ, ਆਪਣੀ ਸਿਸਟਰ ਨੂੰ, ਆ ਦੇਖੋ 6 ਨੰਬਰ 'ਤੇ, ਆਪਣੀ ਸਿਸਟਰ ਨੂੰ ਹੋਸਟਲ ਤੋਂ ਬੁਲਾਉਣਾ ਹੈ। ਸੋ ਇਹ 3-4 ਇੱਦਾਂ ਦੀਆਂ ਰਿਲੇਟ ਕਰਦੀਆਂ। ਇੱਕ ਪੜ੍ਹ ਕੇ ਹੀ ਤੁਹਾਨੂੰ ਪਤਾ ਲੱਗ ਜਾਣਾ ਸਾਰੀਆਂ ਕਿੱਦਾਂ ਲਿਖਣੀਆਂ। ਅੱਛੇ ਤਰੀਕੇ ਨਾਲ ਤਿਆਰੀ ਕਰਕੇ ਜਾਇਓ। 10th is to your colleague about the recent changes in the sales policy of your company। ਕਿ ਤੁਹਾਡੀ ਕੰਪਨੀ ਦੇ ਵਿੱਚ ਤੁਹਾਡੀ ਕੰਪਨੀ ਦੇ ਵਿੱਚ ਸੇਲਸ ਪੋਲਿਸੀ ਜਿਹੜੀ ਆ ਉਹਨੂੰ ਰੀਸੈਂਟਲੀ ਹੁਣੇ ਚੇਂਜ ਕਰ ਦਿੱਤਾ, ਜਿਹਦੀ ਇਨਫੋਰਮੇਸ਼ਨ ਤੁਸੀਂ ਆਪਣੇ ਕਲੀਗ ਨੂੰ ਦੇਣੀ ਆ। ਇਹ ਵਾਲੀ ਟਾਈਮ ਸਕੈਜੂਅਲ ਵਾਲੀ ਨਾਲ ਮੈਚ ਕਰਦੀ ਆ, ਰਾਈਟ। ਸੋ ਕਿੰਨੀਆਂ ਇੱਕ ਦੂਸਰੇ ਨਾਲ ਰੈਲੀਵੈਂਟ ਜਿਹੀਆਂ ਆ। ਇੱਕ ਲੈਟਰ ਪੜ੍ਹ ਕੇ, ਇੱਕ ਈਮੇਲ ਪੜ੍ਹ ਕੇ ਤੁਹਾਡੀਆਂ 2-3 ਈਮੇਲਸ ਨਾਲ ਪ੍ਰਪੇਅਰ ਹੋ ਜਾਂਦੀਆਂ, ਰਾਈਟ। ਸੋ ਟੈਨਸ਼ਨ ਨਹੀਂ ਲੈਣੀ। 11th ਇਜ਼ ਰਿਮਾਈਂਡਿੰਗ ਅ ਕਸਟਮਰ ਟੂ ਅਪਡੇਟ ਹਿਜ਼ ਰੈਜ਼ਿਊਮੇ। ਕਿ ਕੋਈ ਤੁਹਾਡਾ ਕਸਟਮਰ ਆ, ਮਤਲਬ ਤੁਸੀਂ ਕਿਤੇ ਕੰਮ ਕਰਦੇ ਆ ਜਾਂ ਤੁਹਾਡੀ ਆਪਣੀ ਕੰਪਨੀ ਆ, ਉਹਦੇ ਵਿੱਚ ਕੋਈ ਕਸਟਮਰ ਆ, ਉਹਨੂੰ ਕਹਿਣਾ ਹੈ ਕਿ ਆਪਣਾ ਰੈਜ਼ਿਊਮੇ ਜਿਹੜਾ ਉਹ ਅਪਡੇਟ ਕਰੋ। ਠੀਕ, 12th ਇਜ਼ ਟੂ ਐਨ ਐਡ ਏਜੰਸੀ। ਐਡ ਏਜੰਸੀ ਨੂੰ ਕਰਨਾ ਆ ਈਮੇਲ ਫॉर द ਪਬਲੀਕੇਸ਼ਨ ਆਫ ਐਨ ਐਡਵਰਟਾਈਜ਼ਮੈਂਟ। ਕਿ ਅਸੀਂ ਮੰਨ ਲਓ ਸਪੋਜ਼ ਮੇਰੀ ਕੋਈ ਫਰਮ ਆ, ਮੇਰੀ ਕੋਈ ਏਜੰਸੀ ਆ, ਮੇਰੀ ਕੋਈ ਫੈਕਟਰੀ ਆ, ਮੈਂ ਉਹਦੇ ਵਿੱਚ ਕੋਈ ਅਕਾਊਂਟੈਂਟ ਰੱਖਣਾ ਚਾਹੁੰਦੀ ਹਾਂ, ਜਾਂ ਮੈਂ ਕੋਈ ਮੈਨੇਜਰ ਰੱਖਣਾ ਚਾਹੁੰਦੀ ਹਾਂ, ਜਾਂ ਸੁਪਰਵਾਈਜ਼ਰ ਰੱਖਣਾ ਚਾਹੁੰਦੀ ਹਾਂ। ਇਸ ਲਈ ਮੈਂ ਇੱਕ ਮਤਲਬ ਐਡ ਏਜੰਸੀ ਨੂੰ ਈਮੇਲ ਕਰੂੰਗੀ ਕਿ ਪਲੀਜ਼ ਤੁਸੀਂ ਐਡਵਰਟਾਈਜ਼ਮੈਂਟ ਇਹ ਪਾ ਦਿਓ, ਸੋ ਦੈਟ ਕਾਮਨ ਪੀਪਲ, ਯਾਨੀ ਕਿ ਆਪਾਂ ਵਰਗੇ ਲੋਕ ਜਿਹੜੇ ਕਿ ਨਿਊਜ਼ਪੇਪਰ 'ਤੇ ਜਾਂ ਫਿਰ ਉਸ ਚੀਜ਼ ਨੂੰ ਰੀਡ ਕਰਕੇ, ਉਸ ਈਮੇਲ ਨੂੰ ਰੀਡ ਕਰਕੇ, ਉਸ ਐਡਵਰਟਾਈਜ਼ਮੈਂਟ ਨੂੰ ਜਿਹੜੀ ਕਿ ਅਖਬਾਰ ਦੇ ਵਿੱਚ ਆ ਰਹੀ ਆ, ਉਹਨੂੰ ਰੀਡ ਕਰਕੇ ਮੈਂ ਉਸ ਜੋਬ ਦੇ ਲਈ
ਐਲੀਜੀਬਲ, ਜੇ ਮੇਰੀ ਐਲੀਜੀਬਿਲਿਟੀ ਮਿਲਦੀ ਆ ਤਾਂ ਮੈਂ ਅਪਲਾਈ ਕਰ ਸਕਾਂ। ਠੀਕ। 13th ਇਜ਼ ਫॉर ਸਮਰ ਟ੍ਰੇਨਿੰਗ। ਸਮਰ ਟ੍ਰੇਨਿੰਗ ਦੇ ਵਿੱਚ ਕੀ ਆ, ਮੰਨ ਲਓ ਕਿ ਤੁਸੀਂ ਕੋਈ ਐਡ ਦੇਖੀ ਆ ਜਿਹਦੇ ਵਿੱਚ ਲਿਖਿਆ ਹੈ ਕਿ ਉਹ ਸਮਰ ਦੇ ਵਿੱਚ ਤੁਹਾਨੂੰ ਇਸ ਸਟੱਡੀ ਨਾਲ ਰਿਲੇਟਡ ਟ੍ਰੇਨਿੰਗ ਦੇ ਰਹੇ ਆ ਕਿ ਸਮਰ ਦੀਆਂ ਮੈਨੂੰ ਤਾਂ ਹੌਲੀਡੇਜ਼ ਵੀ ਆ, ਮੈਨੂੰ ਬੈਨੀਫਿਸ਼ੀਅਲ ਲੱਗਾ, ਮੈਂ ਐਡ ਦੇਖੀ ਸੀ ਤੁਹਾਡੀ ਅਤੇ ਮੈਂ ਆਲਰੇਡੀ ਸਟੱਡੀ ਕਰ ਚੁੱਕਾ ਹਾਂ, ਮੈਂ ਬੀਟੈਕ ਦਾ ਮੇਰਾ ਫਾਈਨਲ ਈਅਰ ਰਹਿ ਗਿਆ ਆ, ਇਸ ਲਈ ਮੈਂ ਚਾਹੁੰਦਾ ਹੈ ਕਿ ਮੈਂ ਇਸ ਤੋਂ ਪਹਿਲਾਂ ਆਹ ਪ੍ਰੈਕਟਿਸ ਕਰ ਲਵਾਂ ਇਸ ਚੀਜ਼ ਦੀ, ਜੇ ਤੋਂ ਬਾਅਦ ਮੇਰੀ ਜੋਬ ਜਿਹੜੀ ਉਹ ਸ਼ੋਰ ਹੋ ਜਾਵੇ। ਸੋ ਇੱਦਾਂ ਦਾ ਕੁਛ ਅਸੀਂ ਲਿਖਣਾ ਹੈ ਇਹਦੇ ਵਿੱਚ। 14th is to friend to invite on the inauguration of your new company। ਸੇਮ ਇਹ ਕਿ inauguration, ਅੱਛਾ inauguration ਕੀ ਹੁੰਦਾ ਆ? inauguration ਹੁੰਦਾ ਉਦਘਾਟਨ। ਜਿੱਦਾਂ ਮੰਨ ਲਓ ਕਿ ਕੋਈ ਵੀ ਚੀਜ਼ ਦੇ ਲਈ ਉਦਘਾਟਨ ਹੋ ਰਿਹਾ, ਬਟ ਇੱਥੇ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਨਵੀਂ ਕੰਪਨੀ ਓਪਨ ਕੀਤੀ ਆ। ਠੀਕ। ਉਹਦਾ ਉਦਘਾਟਨ ਹੋਣ ਜਾ ਰਿਹਾ। ਸੋ ਆਪਣੇ ਦੋਸਤ ਨੂੰ ਤੁਸੀਂ ਇੱਕ ਨਵੀਂ ਕੰਪਨੀ ਤੁਸੀਂ ਓਪਨ ਕਰ ਰਹੇ ਹੋ, ਉਹਦੇ ਉੱਤੇ ਆਪਣੇ ਦੋਸਤ ਨੂੰ ਬੁਲਾਓ ਕਿ ਮੈਂ ਕੰਪਨੀ ਓਪਨ ਕਰ ਰਿਹਾ ਆ, ਇੰਨੀ ਤਰੀਕ ਨੂੰ ਫੰਕਸ਼ਨ ਆ, ਸਵੇਰੇ ਜਾਂ ਸ਼ਾਮ ਨੂੰ ਜਦੋਂ ਵੀ ਇੰਨੇ ਟਾਈਮ 'ਤੇ ਆਈ, ਲੰਚ ਇੱਥੇ ਆ, ਜਾਂ ਤੁਸੀਂ ਪਾਰਟੀ ਜਿੱਦਾਂ ਆਪਾਂ ਸਪੈਸ਼ਲੀ ਇਨਵਾਈਟ ਕਰੀਦਾ ਇੰਨੇ ਵਜੇ ਲੰਚ, ਇੰਨੇ ਵਜੇ ਆਹ, ਉਹ ਸਾਰਾ ਕੁਛ ਉਹਨਾਂ ਨੂੰ ਦੱਸਣਾ। ਠੀਕ ਹੈ। ਤੁਸੀਂ ਇਹ ਵੀ ਦੱਸ ਸਕਦੇ ਆ ਵੀ ਗੈਸਟ ਵੀ ਆ ਰਹੇ ਆ, ਜਾਂ ਜੇ ਤੁਹਾਡਾ ਖਾਸ ਦੋਸਤ ਆ ਤੁਸੀਂ ਉਹਨੂੰ ਅੱਛੇ ਤਰੀਕੇ ਨਾਲ ਹੋਰ ਵੀ ਮਤਲਬ ਉਹਨੂੰ ਦੱਸ ਸਕਦੇ ਆ ਕਿ ਪੇਰੈਂਟਸ ਨੂੰ ਵੀ ਨਾਲ ਲੈ ਕੇ ਆਈ। ਠੀਕ। and 15th is to class teacher asking for an extension and ਆਉਣਾ ਇੱਥੇ an extension of leave, like extension ਕਰਾਉਣੀ ਤੁਸੀਂ ਆਪਣੀ ਛੁੱਟੀ, ਵਧਾਉਣੀ ਆ ਛੁੱਟੀ। ਸਪੋਜ਼ ਤੁਸੀਂ ਆਲਰੇਡੀ ਛੁੱਟੀ ਲਈ ਹੋਈ ਆ, ਤੁਸੀਂ ਚਲੇ ਗਏ ਹੋ ਕਿਤੇ ਘੁੰਮਣ, ਤੁਸੀਂ ਸ਼੍ਰੀਨਗਰ ਚਲੇ ਗਏ, ਉੱਥੇ ਕੀ ਆ ਗਈ, ਹੈਵੀ ਰੇਨ ਆ ਗਈ, ਤੁਸੀਂ ਫਿਰ ਓਬਵੀਅਸ ਕਹੋਗੇ ਨਾ ਵੀ ਮੇਰਾ ਇੱਥੋਂ ਆਉਣਾ ਮੁਸ਼ਕਿਲ ਆ ਅਤੇ ਮੈਨੂੰ ਐਕਸਟੈਂਸ਼ਨ ਦੇ ਦਿਓ ਛੁੱਟੀ ਦੀ, ਜਦੋਂ ਇਹ ਮਤਲਬ ਸਹੀ ਹੋ ਜਾਏਗਾ ਉਦੋਂ ਐਜ਼ ਸੂਨ ਐਜ਼ ਮੈਂ ਪਹੁੰਚਣ ਦੀ ਟਰਾਈ ਕਰੂੰਗਾ। ਰਾਈਟ। ਜਾਂ ਫਿਰ ਤੁਸੀਂ ਹੋਰ ਕੀ ਰੀਜ਼ਨ ਦੇ ਸਕਦੇ ਹਾਂ, ਇਹ ਤਾਂ ਆਪਾਂ ਵੈਦਰ ਦੇ ਦਿੱਤਾ, ਆਪਾਂ ਹੋਰ ਵੀ ਕਹਿ ਸਕਦੇ ਹਾਂ ਕਿ ਕੋਈ ਸਿੱਕ ਹੋ ਗਿਆ ਜਾਂ ਕੋਈ ਐਮਰਜੈਂਸੀ ਇੱਥੇ ਫੰਕਸ਼ਨ ਆ ਗਿਆ ਜਿਹਨੂੰ ਮੇਰਾ ਅਟੈਂਡ ਕਰਨਾ ਬਹੁਤ ਜ਼ਰੂਰੀ ਆ, ਇਹੋ ਜਿਹੇ ਕੋਈ ਤੁਸੀਂ ਬਣਾ ਸਕਦੇ ਆ ਰੀਜ਼ਨ। 16th ਇਜ਼ ਈਮੇਲ ਆਫ ਥੈਂਕਸ। ਇਹਦੇ ਵਿੱਚ ਥੈਂਕਸ ਕਰਨਾ, ਇਹ ਦੇਖਣ 'ਚ ਬੜੀ ਸਿੰਪਲ ਆ, ਈਜ਼ੀ ਵੀ ਆ, ਅਤੇ ਇਹ ਆਉਣ ਦੇ ਚਾਂਸਿਸ ਲੱਗਦਾ ਵੀ। ਇਨਾਗ੍ਰੇਸ਼ਨ ਵਾਲੀ ਜ਼ਰੂਰ ਪੜ੍ਹ ਲਿਓ, ਐਕਸਟੈਂਸ਼ਨ ਆਫ ਲੀਵ, ਆਹ ਵਾਲੀਆਂ 16 ਤਾਂ ਅੱਛੇ ਤਰੀਕੇ ਨਾਲ ਰੀਡ ਕਰ ਲਿਓ। ਇਸ ਤੋਂ ਇਲਾਵਾ ਜੋ ਤੁਹਾਡੇ ਕੋਲ ਹੈਗੀਆਂ ਉਹਨਾਂ ਨੂੰ ਵੀ ਇੱਕ ਵਾਰੀ ਗੋ ਥਰੂ ਹੋ ਜਾਓ, ਬਟ ਇਹ ਚੰਗੇ ਤਰੀਕੇ ਨਾਲ ਪੜ੍ਹਿਓ। ਠੀਕ। ਅਤੇ ਥੈਂਕਸ ਮਤਲਬ ਤੁਹਾਨੂੰ ਕੋਈ ਕੋਂਟਰੈਕਟ ਮਿਲਿਆ ਨਵਾਂ, ਤੁਸੀਂ ਕਿਸੇ ਵੀ ਚੀਜ਼ ਦਾ ਕੋਂਟਰੈਕਟ ਆ, ਕੋਈ ਗਿਫਟ ਮਿਲਿਆ ਜਾਂ ਕੁਛ ਵੀ ਮਿਲਿਆ, ਤੁਹਾਨੂੰ ਸਰਪ੍ਰਾਈਜ਼ ਮਿਲਿਆ ਸਡਨਲੀ ਤੁਹਾਡੀ ਫੈਮਿਲੀ ਜਾਂ ਤੁਹਾਡੇ ਫਰੈਂਡਸ ਵੱਲੋਂ, ਤੁਸੀਂ ਉਹਨਾਂ ਸਾਰਿਆਂ ਨੂੰ ਜਾਂ ਉਸ ਪਰਸਨ ਨੂੰ ਤੁਸੀਂ ਸਪੈਸ਼ਲ ਥੈਂਕਸ ਕਰਨਾ ਬਾਏ ਈਮੇਲ। ਠੀਕ ਹੈ। ਸੋ ਇਹ ਸੀ ਆਪਣੀ ਈਮੇਲਸ 'ਤੇ ਇੰਪੋਰਟੈਂਟ ਵੀਡੀਓ। ਆਈ ਹੋਪ ਤੁਹਾਨੂੰ ਚੰਗੀ ਲੱਗੀ ਹੋਊਗੀ, ਬਿਕੋਜ਼ ਤੁਹਾਡਾ ਵੇਟ ਜਿਹੜਾ ਆ ਉਹ ਫਰੂਟਫੁਲ ਰਿਹਾ ਹੋਏਗਾ। ਮੈਂ ਵੈਸੇ ਟਰਾਈ ਤਾਂ ਕਰ ਰਹੀ ਹਾਂ ਆਪਣੇ ਵੱਲੋਂ ਬਹੁਤ ਜ਼ਿਆਦਾ, ਬਟ ਸਮਟਾਈਮ ਕੁਛ ਟੈਕਨੀਕਲ ਚੀਜ਼ਾਂ ਦੀ ਪ੍ਰੋਬਲਮ ਆ ਜਾਂਦੀ ਜਿਹਦੇ ਕਰਕੇ ਵੀਡੀਓ ਲੇਟ ਹੋ ਜਾਂਦੀ ਆ। ਸੋ ਥੈਂਕ ਯੂ ਸੋ ਮਚ।